ਵਿਨਿੰਗ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜਿਆ ਇੱਕ ਅਹਿਮ ਮੁੱਦਾ। ਗੱਲਬਾਤ ਕਰਾਂਗੇ ਕਿ ਪਿਛਲੇ ਕਈ ਦਿਨਾਂ ਤੋਂ ਇਹ ਚਰਚਾਵਾਂ ਛਿੜੀਆਂ ਹੋਈਆਂ ਨੇ ਕਿ ਪੰਜਾਬ ਦੇ ਅੰਦਰ ਰਾਸ਼ਟਰਪਤੀ ਰਾਜ ਜਿਹੜਾ ਉਹ ਲਾਗੂ ਹੋ ਸਕਦਾ ਹੈ। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇਸ ਉਡਰਾਈਆਂ ਖਬਰਾਂ ਦੇ ਉੱਪਰ ਚਾਨਣਾ ਪਾਵਾਂਗੇ, ਸੱਚ ਤੋਂ ਜਾਣੂ ਕਰਵਾਵਾਂਗੇ ਕਿ ਵਾਕਈ ਇਦਾਂ ਦੀ ਸਥਿਤੀ ਪੰਜਾਬ ਦੇ ਅੰਦਰ ਬਣ ਗਈ ਹੈ ਜਿਹਦੇ ਕਰਕੇ ਪੰਜਾਬ ਦੇ ਅੰਦਰ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ ਹੈ ਜਾਂ ਫਿਰ ਇਹ ਸਿਰਫ ਅਫਵਾਹ ਉਡਾਈ ਜਾ ਰਹੀ ਹੈ। ਨਾਲ ਇਹ ਵੀ ਗੱਲ ਦੱਸਾਂਗੇ ਕਿ ਕਿਹੜੇ ਹਾਲਾਤਾਂ ਦੇ ਵਿੱਚ ਰਾਸ਼ਟਰਪਤੀ ਰਾਜ ਲੱਗਦਾ ਹੁੰਦਾ, ਕਿਹੜੀਆਂ ਉਹ ਸ਼ਰਤਾਂ ਨੇ ਜਿਨ੍ਹਾਂ ਦੇ ਕਰਕੇ ਕੇਂਦਰ ਸਰਕਾਰ ਕਿਸੇ ਸੂਬੇ ਦੇ ਅੰਦਰ ਰਾਸ਼ਟਰਪਤੀ ਰਾਜ ਲਗਾ ਸਕਦੀ ਹੈ। ਇਸ ਪੂਰੇ ਪ੍ਰੋਗਰਾਮ ਦੇ ਵਿੱਚ ਇੱਕ ਗੱਲ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਤੇ ਇਸ ਪ੍ਰੋਗਰਾਮ ਦੇ ਨੂੰ ਦੇਖਣ ਤੋਂ ਬਾਅਦ ਜਿਹੜਾ ਤੁਸੀਂ ਖੁਦ ਬ ਖੁਦ ਸਮਝ ਜਾਓਗੇ ਕਿ ਇਹ ਜਿਹੜੀਆਂ ਚਰਚਾਵਾਂ ਉੱਡ ਰਹੀਆਂ ਨੇ ਪੰਜਾਬ ਦੇ ਅੰਦਰ ਰਾਸ਼ਟਰਪਤੀ ਰਾਜ ਲੱਗਣ ਦੀਆਂ, ਉਹ ਸਹੀ ਨੇ ਜਾਂ ਫਿਰ ਸਿਰਫ ਔਰ ਸਿਰਫ ਅਫਵਾਹਾਂ ਨੇ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਜੁੜੇ ਹੋਏ ਨੇ ਸਾਡੇ ਖਾਸ ਮਹਿਮਾਨ ਪ੍ਰੋਫੈਸਰ ਕੁਲਦੀਪ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ। ਸਰ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ। ਸ਼ੁਕਰੀਆ ਸੁਖਵਿੰਦਰ ਸਿੰਘ ਜੀ। ਸਰ ਜਿਵੇਂ ਆਪਾਂ ਓਪਨਿੰਗ ਦੇ ਵਿੱਚ ਹੀ ਦੱਸ ਕੇ ਹਟੇ ਆਪਣੇ ਦਰਸ਼ਕਾਂ ਨੂੰ ਕਿ ਗੱਲਬਾਤ ਆਪਾਂ ਰਾਸ਼ਟਰਪਤੀ ਰਾਜ ਲਾਗੂ ਕਰਨ ਦੀਆਂ ਜਿਹੜੀਆਂ ਚਰਚਾਵਾਂ ਛਿੜੀਆਂ ਹੋਈਆਂ ਉਹਦੇ ਬਾਰੇ ਹੀ ਕਰਨਾ ਹੈ। ਪਹਿਲਾਂ ਤਾਂ ਆਪਾਂ ਇਹ ਦੱਸੀਏ ਕਿ ਇਹ ਚਰਚਾਵਾਂ ਛਿੜੀਆਂ ਕਿਉਂ ਨੇ, ਕੀ ਗੱਲਬਾਤ ਇਹੋ ਜਿਹੀ ਹੋ ਰਹੀ ਹੈ ਪੰਜਾਬ ਦੇ ਅੰਦਰ ਜਿਹਦੇ ਕਰਕੇ ਇਹ ਚਰਚਾਵਾਂ ਜਿਹੜੀਆਂ ਛੇੜੀਆਂ ਜਾ ਰਹੀਆਂ। ਦੇਖੋ, ਅੱਜ ਤਾਂ ਜਿਹੜੀ ਚਰਚਾ ਮੈਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਕਹਿੰਦੇ ਸੁਣਿਆ ਤੇ ਵੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਤੇ ਬੀਜੇਪੀ ਦੀ ਸਾਂਝ ਹੈ, ਇਹਦੇ ਹੁੰਦਿਆਂ ਹੋਇਆਂ ਸਾਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲੱਗ ਸਕਦਾ ਹੈ ਜੀ। ਸੋ ਜਿਹੜੀ ਇਹਦੀ ਪੋਲੀਟਿਕਸ ਆ ਉਹ ਤਾਂ ਇਹ ਹੈ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਉਸ ਬੀਜੇਪੀ ਦੇ ਨੇੜੇ ਹੈ ਜਿਹੜੇ ਬੀਜੇਪੀ ਦੇ ਸਰਕਾਰ ਦੇ ਖਿਲਾਫ ਤੁਸੀਂ 3 ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਲੜ ਰਹੇ ਹੋ। ਪੋਲੀਟਿਕਸ ਤਾਂ ਇੱਕ ਤੇ ਇਹ ਹੈ ਜੀ। ਜਦ ਕਿ ਅਕਾਲੀ ਦਲ ਬੀਜੇਪੀ ਦਾ ਅਲਾਇੰਸ ਸੀਗਾ, ਕਾਨੂੰਨ ਬਣਨ ਤੋਂ ਬਾਅਦ ਟੁੱਟਿਆ। ਤੁਸੀਂ ਉਹ ਜਿਹੜਾ ਅਕਾਲੀ ਦਲ ਤੇ ਬੀਜੇਪੀ ਦੀ ਅਲਾਇੰਸ ਵਾਲਾ ਰਿਸ਼ਤਾ ਹੈ ਉਹਨੂੰ ਭੁਲਾ ਕੇ ਇਹ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਭਾਈ ਹੁਣ ਜਿਹੜੀ ਨੇੜਤਾ ਹੈਗੀ ਕੈਪਟਨ ਅਮਰਿੰਦਰ ਸਿੰਘ ਤੇ ਬੀਜੇਪੀ ਦੀ ਹੈ, ਹੁਣ ਨੇੜਤਾ ਛੱਡ ਨਹੀਂ ਹੈਗੀ। ਇੱਕ ਤਾਂ ਕੰਟੈਕਸਟ ਬਣਦਾ ਇਹ। ਦੂਜਾ ਕੰਟੈਕਸਟ ਇਹ ਬਣਦਾ ਸੀਗਾ ਜਿਵੇਂ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਲੜਾਈ ਬੰਦ ਹੋਣ ਦਾ ਨਾਂ ਨਹੀਂ ਲੈ ਰਹੀ, ਲਗਾਤਾਰ ਜਿਹੜੀ ਉਹ ਵੱਧਦੀ ਜਾ ਰਹੀ ਹੈ, ਉਹਦੇ 'ਚ ਹੁਣ ਇੱਦਾਂ ਦੀ ਗੱਲ ਸੋਚ ਦਾ ਹਿੱਸਾ ਬਣਦੀ ਜਾ ਰਹੀ ਹੈ ਕਿ ਜੇ ਕੱਲ੍ਹ ਨੂੰ, ਜਿਹੜਾ ਕਿ ਹਾਲਾਂਕਿ ਮੈਨੂੰ ਤੇ ਜਾਤੀ ਤੌਰ ਤੇ ਉਹ ਗੱਲ ਨਹੀਂ ਲੱਗਦੀ, ਜੇ ਕੱਲ੍ਹ ਨੂੰ ਕੈਪਟਨ ਅਮਰਿੰਦਰ ਸਿੰਘ ਕੋਲ ਮੈਜੋਰਿਟੀ ਨਹੀਂ ਰਹਿੰਦੀ ਤੇ ਜੇ ਮੈਜੋਰਿਟੀ ਨਹੀਂ ਰਹਿੰਦੀ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਕੋਸ਼ਿਸ਼ ਇਹ ਹੋਏਗੀ ਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦਾ ਦਾਅਵਾ ਪੇਸ਼ ਨਾ ਕਰੇ ਜੀ। ਫਿਰ ਹੋ ਸਕਦਾ ਹੈ ਉਹ ਇਹ ਰਿਕਮੈਂਡ ਕਰ ਦੇਵੇ ਕਿ ਜੀ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਜਾਵੇ ਜੀ। ਸੋ ਇਹ ਇਸ ਕਿਸਮ ਦੀ ਆ ਕਿਆਸ ਰਾਈਆਂ ਇਮੈਜੀਨੇਸ਼ਨ ਦੰਦ ਕਥਾ ਆਮ ਤੌਰ ਤੇ ਹੁੰਦੀ ਰਹਿੰਦੀ ਹੈ। ਪਰ ਤੁਹਾਨੂੰ ਮੈਂ ਦੋ ਤਿੰਨ ਗੱਲਾਂ ਇਸ ਸੰਬੰਧ ਵਿੱਚ ਦੱਸਦੇ ਹਾਂ। ਜੇ ਪੰਜਾਬ 'ਚ ਰਾਸ਼ਟਰਪਤੀ ਰਾਜ ਲੱਗਦਾ ਹੈ, ਜਿਹੜਾ ਮੇਰੇ ਮੁਤਾਬਕ ਨਹੀਂ ਲੱਗੇਗਾ, ਤੇ ਫਿਰ ਜਿਹੜੀ ਬੀਜੇਪੀ ਹੈ ਉਹ ਗੇਨ ਨਹੀਂ ਕਰਦੀ ਹੈ ਜੀ। ਬੀਜੇਪੀ ਤਾਂ ਗੇਨ ਕਰਦੀ ਹੈ ਜੇ ਜਿਹੜੀ ਸਰਕਾਰ ਦੇ ਖਿਲਾਫ ਉਹ ਇਹ ਕਹਿੰਦੇ ਨੇ ਕਿ ਇਹ ਸਰਕਾਰ ਨੇ ਠੀਕ ਕੰਮ ਨਹੀਂ ਕੀਤਾ, ਜੇ ਇਹ ਸਰਕਾਰ ਜਿਹੜੀ ਉਹਨਾਂ ਦੇ ਮੁਤਾਬਕ ਉਹਨਾਂ ਦੇ ਮੁਤਾਬਕ ਠੀਕ ਕੰਮ ਨਹੀਂ ਕੀਤਾ, ਜੇ ਇਹੀ ਸਰਕਾਰ ਪਾਵਰ 'ਚ ਰਹਿੰਦੀ ਹੈ ਫਿਰ ਹੀ ਉਹ ਐਂਟੀ ਇਨਕੰਬੈਂਸੀ ਦੀ ਗੱਲ ਕਰ ਸਕਦੇ ਨੇ। ਸੋ ਮੇਰੇ ਮੁਤਾਬਕ ਬੀਜੇਪੀ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਵਾ ਕੇ ਕੁਝ ਗੇਨ ਨਹੀਂ ਕਰਦੀ ਹੈ ਜੀ। ਅੱਛਾ, ਇੱਕ ਚੀਜ਼ ਮੇਰੇ ਹੋਰ ਦਿਮਾਗ ਵਿੱਚ ਆਉਂਦੀ ਹੈ। ਦੇਖੋ, ਕਿਸਾਨ ਯੂਨੀਅਨ ਦਾ ਜਿਹੜਾ ਗੁੱਸਾ ਹੈ ਉਹ ਤਾਂ ਕਾਂਗਰਸ ਨਾਲ ਵੀ ਹੈ, ਉਹ ਅਕਾਲੀ ਦਲ ਨਾਲ ਵੀ ਹੈ, ਉਹ ਆਮ ਆਦਮੀ ਪਾਰਟੀ ਨਾਲ ਵੀ ਹੈ। ਜੇ ਫਾਰ ਐਗਜ਼ਾਮਪਲ ਆਪਾਂ ਆਬਜੈਕਟਿਵ ਹੋ ਕੇ ਗੱਲ ਕਰੀਏ ਫਿਰ ਇਹ ਹੈ ਕਿ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਵੀ ਘੇਰਿਆ, ਕਿਸਾਨਾਂ ਨੇ ਅਕਾਲੀ ਦਲ ਦੇ ਬੰਦਿਆਂ ਨੂੰ ਵੀ ਘੇਰਿਆ, ਕਿਸਾਨਾਂ ਨੇ ਕਾਂਗਰਸ ਦੇ ਬੰਦਿਆਂ ਨੂੰ ਵੀ ਘੇਰਿਆ। ਇਹ ਗੱਲ ਦੂਜੀ ਹੈ ਕਿ ਅਕਾਲੀ ਦਲ ਦਾ ਜਿਹੜਾ ਆਪਣਾ 100 ਸੀਟਾਂ ਵਾਲਾ 100 ਦਿਨ ਦਾ ਪ੍ਰੋਗਰਾਮ ਉਹ ਚੱਲ ਰਿਹਾ ਹੈ। ਇਸ ਕਰਕੇ ਇਸ ਵੇਲੇ ਅਕਾਲੀ ਦਲ ਦੀ ਜਿਹੜੀ ਕੰਪੇਨ ਹੈ ਉਹ ਫੋਕਸ ਬਣ ਰਹੀ ਹੈ। ਕਾਂਗਰਸ ਨੇ ਉਸ ਕਿਸਮ ਦੀ ਕੰਪੇਨ ਕੀਤੀ ਨਹੀਂ, ਆਮ ਆਦਮੀ ਪਾਰਟੀ ਨੇ ਵੀ ਨਹੀਂ ਕੀਤੀ, ਇਸ ਕਰਕੇ ਫੋਕਸ ਬਣ ਗਿਆ ਅਕਾਲੀ ਦਲ ਦਾ। ਹੁਣ ਜਦੋਂ
ਰੋਜ਼ ਅਕਾਲੀ ਦਲ ਦੀ ਰੈਲੀਆਂ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਬਣ ਰਹੀਆਂ ਨੇ। ਮੈਨੂੰ ਇਹ ਵੀ ਪਤਾ ਲੱਗਿਆ ਕਿ ਅਕਾਲੀ ਦਲ ਨੇ ਕੁਝ ਦਿਨਾਂ ਲਈ ਆਪਣੀ ਜਿਹੜੀ ਉਹ 100 ਦਿਨ ਦਾ ਜਿਹੜਾ ਪ੍ਰੋਗਰਾਮ ਹੈ ਉਹ ਮੁਲਤਵੀ ਕਰ ਦਿੱਤਾ। ਕਿਸਾਨਾਂ ਦੇ ਵਿਰੋਧ ਦੇ ਕਾਰਨ ਉਹਨਾਂ ਨੇ ਰੋਕੀ। ਉਹ ਕਹਿੰਦੇ ਕਿ ਅਸੀਂ ਨਹੀਂ ਚਾਹੁੰਦੇ ਕਿ ਭਰਾ ਮਾਰੂ ਜੰਗ ਜਿਹੜੀ ਪੰਜਾਬ ਵਿੱਚ ਸ਼ੁਰੂ ਹੋ ਜਾਵੇ। ਹੁਣ ਜਿਹੜੀ ਉਹ ਭਰਾ ਮਾਰੂ ਜੰਗ, ਚੰਗੀ ਗੱਲ ਹੈ। ਇਸ ਕਿਸਮ ਦੀਆਂ ਗੱਲਾਂ ਪਾਰਟੀਆਂ ਦੇ ਲੀਡਰ ਕਹਿਣ ਚੰਗੀ ਗੱਲ ਹੈ, ਕੰਨਾਂ ਨੂੰ ਬੜਾ ਸਕੂਨ ਮਿਲਦਾ ਹੈ। ਪਰ ਦੂਜਾ ਉਹਦਾ ਇੱਕ ਰਾਜਨੀਤਿਕ ਮਾਇਨਾ ਵੀ ਹੈ। ਜੇ 100 ਦਿਨ ਦਾ ਪ੍ਰੋਗਰਾਮ 100 ਸੀਟਾਂ ਵਿੱਚ ਜਾਣ ਦਾ ਪ੍ਰੋਗਰਾਮ ਅਕਾਲੀ ਦਲ ਦਾ ਜਾਰੀ ਰਹਿੰਦਾ ਹੈ, ਇਸ ਕਿਸਮ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਨੇ, ਫਿਰ ਆਮ ਧਾਰਨਾ ਇਹ ਬਣੇਗੀ ਕਿ ਪੰਜਾਬ ਵਿੱਚ ਚਾਹੇ ਅਕਾਲੀ ਦਲ ਨੇ 100 ਸੀਟਾਂ ਵਿੱਚ 100 ਦਿਨ ਦਾ ਪ੍ਰੋਗਰਾਮ ਕੀਤਾ, ਪਰ ਬਹੁਤੀ ਜਗ੍ਹਾ ਅਕਾਲੀ ਦਲ ਦਾ ਵਿਰੋਧ ਹੋਇਆ। ਫਿਰ ਜਿਹੜਾ ਲੋਕਾਂ ਦੁਆਰਾ ਅਕਾਲੀ ਦਲ ਦਾ ਵਿਰੋਧ ਹੈ, ਚਾਹੇ ਉਹ ਵਿਰੋਧ ਇੱਕ ਨਾ ਵਿਲੱਖਣ ਕਿਸਮ ਦਾ ਵਿਰੋਧ ਹੈ, ਜੇ ਦੇਖਿਆ ਜਾਵੇ ਉਹ ਤੇ ਇਹ ਕਹਿੰਦੇ ਨੇ ਕਿ ਜੀ ਦੇਖੋ ਅਸੀਂ ਕਿਸਾਨਾਂ ਨੇ ਪੋਲੀਟੀਕਲ ਪਾਰਟੀ ਦੇ ਲੀਡਰ ਨੂੰ ਕੁਝ ਸਵਾਲ ਪੁੱਛਣੇ ਨੇ ਜੀ, ਸਾਡੇ ਬੰਦੇ ਉਹਨਾਂ ਨੂੰ ਕੁਝ ਸਵਾਲ ਪੁੱਛਣ ਲਈ ਜਾਂਦੇ ਨੇ, ਉਹਨਾਂ ਸਵਾਲਾਂ ਦਾ ਤੁਸੀਂ ਜਵਾਬ ਨਹੀਂ ਦਿੰਦੇ। ਉੱਥੋਂ ਫਿਰ ਇਸ ਕਿਸਮ ਦੀ ਬਲੌਕੇਡ, ਕਾਰਾਂ ਰੋਕ ਲੀਆਂ, ਕਾਫਲਾ ਰੋਕ ਲਿਆ, ਇਸ ਕਿਸਮ ਦਾ ਹੋ ਜਾਂਦਾ। ਸੋ ਉਹਨਾਂ ਦਾ ਅਨਾਉਂਸਮੈਂਟ ਤੇ ਆ ਹੈ, ਔਰ ਉਹ ਅਨਾਉਂਸਮੈਂਟ ਸਾਰੀਆਂ ਪਾਰਟੀਆਂ ਦੇ ਖਿਲਾਫ ਹੈ। ਪਰ ਕਿਉਂਕਿ ਅਕਾਲੀ ਦਲ ਨੇ 100 ਦਿਨ ਦਾ ਪ੍ਰੋਗਰਾਮ, 100 ਹਲਕਿਆਂ ਵਿੱਚ ਜਾਣ ਦਾ ਪ੍ਰੋਗਰਾਮ ਆਰੰਭਿਆ ਹੋਇਆ, ਜੇ ਇਸ ਕਿਸਮ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਨੇ, ਫਿਰ ਰਾਜਨੀਤਿਕ ਸੁਨੇਹਾ ਕੀ ਜਾਏਗਾ ਕਿ ਜੀ ਪੰਜਾਬ ਦੇ ਪੇਂਡੂ ਇਲਾਕੇ ਵਿੱਚ ਜਿੱਥੇ ਅਕਾਲੀ ਦਲ ਦਾ ਸਭ ਤੋਂ ਮਜ਼ਬੂਤ ਆਧਾਰ ਰਿਹਾ, ਜੇ ਉੱਥੇ ਇਸ ਕਿਸਮ ਤੋਂ ਇਸ ਵੇਲੇ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ, ਉਹ ਤਾਂ ਕਿਸਾਨ ਵਰਸਸ ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ। ਸੋ ਜਿਹੜਾ ਇਹ ਸੁਨੇਹਾ ਹੈ ਕਿ ਪੰਜਾਬ ਵਿੱਚ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਦੀਆਂ ਰੈਲੀਆਂ ਦੇ ਖਿਲਾਫ ਰੋਜ਼ ਕਿਸਾਨਾਂ ਦੀਆਂ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ, ਸਵਾਲ ਪੁੱਛ ਰਹੀਆਂ ਨੇ, ਇਹ ਕੋਈ ਅਕਾਲੀ ਦਲ ਦੀ ਸੁਖਾਵੀਂ ਗੱਲ ਨਹੀਂ ਹੈਗੀ, ਇਹ ਕੋਈ ਬਹੁਤ ਵਧੀਆ ਗੱਲ ਨਹੀਂ ਹੈਗੀ। ਇਸ ਕਰਕੇ ਤੁਸੀਂ ਇਸ ਗੱਲ ਤੋਂ ਜੇ ਛੁਟਕਾਰਾ ਪਾਉਣਾ ਹੈ ਤੇ ਜੇ ਭੱਜਣਾ ਹੈ, ਇਹ ਤਾਂ ਨਹੀਂ ਕਹੋਗੇ ਕਿ ਅਸੀਂ 100 ਦਿਨ ਦਾ ਪ੍ਰੋਗਰਾਮ ਆਰੰਭਿਆ ਸੀ, 100 ਹਲਕੇ ਵਿੱਚ ਜਾਣ ਦਾ ਪ੍ਰੋਗਰਾਮ ਲੰਬਿਆ ਸੀ, ਸਾਡਾ ਵਿਰੋਧ ਹੋਇਆ, ਇਸ ਕਰਕੇ ਅਸੀਂ ਵਾਪਸ ਪ੍ਰੋਗਰਾਮ ਲੈ ਰਹੇ ਹਾਂ ਜੀ। ਸੋ ਸੱਚ ਇਹ ਹੈ ਕਿ ਪੰਜਾਬ ਵਿੱਚ ਕੋਈ ਨਾ, ਜੇ ਤੁਸੀਂ ਇਹ ਕਹਿੰਦੇ ਹੋ ਕਿ ਜੀ ਪੰਜਾਬ ਵਿੱਚ ਮੈਂ ਤੇ ਪੋਲੀਟੀਕਲ ਵਾਇਲੈਂਸ ਸ਼ਬਦ ਨਹੀਂ ਯੂਜ਼ ਕਰਾਂਗਾ, ਮੈਂ ਤੇ ਰਾਜਨੀਤਿਕ ਵਿਰੋਧ ਸ਼ਬਦ ਯੂਜ਼ ਕਰ, ਵਿਰੋਧ ਹੋ ਰਿਹਾ ਹੈ, ਵਾਇਲੈਂਸ ਵਾਲੀ ਗੱਲ ਨਹੀਂ ਹੋ ਰਹੀ। ਐਂ ਤਾਂ ਇੱਕੜ ਦੁੱਕੜ ਘਟਨਾਵਾਂ ਪੰਜਾਬ ਵਿੱਚ ਰੋਜ਼ ਹੁੰਦੀਆਂ ਨੇ, ਫਿਰ ਤੇ ਸਦਾ ਹੀ ਪੰਜਾਬ ਵਿੱਚ ਪ੍ਰੈਜ਼ੀਡੈਂਸ਼ੀਅਲ ਰੂਲ ਲੱਗਿਆ ਰਹੇ, ਇਸ ਤਰ੍ਹਾਂ ਦੀ ਗੱਲ ਨਹੀਂ। ਤੁਸੀਂ ਮੈਨੂੰ ਇਹ ਦੱਸੋ, ਜਿਹੜਾ ਕਿਸਾਨਾਂ ਦਾ ਵਿਰੋਧ ਹੈ ਪਾਰਟੀਆਂ ਦੇ ਖਿਲਾਫ, ਉਹ ਤਾਂ ਹਰਿਆਣੇ ਵਿੱਚ ਪੰਜਾਬ ਤੋਂ ਵੱਧ ਹੋ ਰਿਹਾ। ਕਦੇ ਕਿਸੇ ਨੇ ਇਹ ਕਿਉਂ ਨਹੀਂ ਕਿਹਾ ਕਿ ਜੀ ਹਰਿਆਣੇ ਵਿੱਚ ਪ੍ਰੈਜ਼ੀਡੈਂਸ਼ੀਅਲ ਰੂਲ ਲੱਗ ਰਿਹਾ ਹੈ, ਪੰਜਾਬ ਵਿੱਚ ਕਿਉਂ ਕਹਿ ਰਹੇ ਨੇ? ਉਹੀ ਹੈ ਨਾ, ਜੇ ਇਦਾਂ ਦੀ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਬੀਜੇਪੀ ਕਰਦੀ ਵੀ, ਉਹਦੀ ਦਿੱਕਤ ਦਾ ਸਾਹਮਣਾ ਤਾਂ ਕਰਨਾ ਪਊਗਾ, ਕਿਉਂਕਿ ਪਹਿਲਾਂ ਉਹਨਾਂ ਨੂੰ ਹਰਿਆਣੇ ਦੇ ਵਿੱਚ ਲਾਉਣਾ ਪਊਗਾ, ਕਿਉਂਕਿ ਜ਼ਿਆਦਾ ਵਾਇਲੈਂਸ ਤਾਂ ਹਰਿਆਣੇ ਦੇ ਵਿੱਚ ਹੋ ਰਹੀ ਹੈ। ਹੁਣ ਤੁਹਾਨੂੰ ਮੈਂ ਸਰੋਤਿਆਂ ਦੇ ਫਾਇਦੇ ਲਈ ਇਹ ਦੱਸਦਾ ਕਿ ਰਾਸ਼ਟਰਪਤੀ ਰਾਜ ਕਦੋਂ ਲੱਗਦਾ ਹੈ, ਤੇ ਉਹਦੇ ਮੁਤਾਬਕ ਅਸੀਂ ਆਪੇ ਹੀ ਸਾਡੇ ਸਰੋਤੇ ਅੰਦਾਜ਼ਾ ਲਾ ਲੈਣਗੇ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲੱਗਣ ਵਰਗੇ ਹਾਲਾਤ ਪੈਦਾ ਹੋ ਗਏ ਨੇ। ਜਿਹੜੀ ਟੈਕਨੀਕਲ ਸ਼ਬਦ ਆ ਨਾ ਸੰਵਿਧਾਨ ਵਿੱਚ ਹੋਇਆ ਕਿ ਜੇ ਸੂਬੇ ਦੀ ਸਰਕਾਰ ਕਨਸਟੀਟਿਊਸ਼ਨ ਦੇ ਮੁਤਾਬਕ ਨਹੀਂ ਚੱਲ ਰਹੀ, ਸੰਵਿਧਾਨ ਦੇ ਮੁਤਾਬਕ ਨਹੀਂ ਚੱਲ ਰਹੀ, ਫਿਰ ਕੇਂਦਰ ਦੀ ਸਰਕਾਰ ਪੰਜਾਬ ਦੀ ਸਰਕਾਰ ਨੂੰ ਡਿਸਮਿਸ ਕਰ ਸਕਦੀ ਹੈ। ਅੱਛਾ ਜੀ ਦੂਜਾ ਇਹ ਹੁੰਦਾ ਹੈ ਕਿ ਜੇ ਦੇਖੋ ਪੰਜਾਬ 'ਚ ਵਿਧਾਨ ਸਭਾ ਦੀਆਂ 117 ਸੀਟਾਂ ਨੇ, ਜਿਸ ਵਿਅਕਤੀ ਕੋਲ 59 ਮੈਂਬਰਸ ਨੇ, ਉਹ ਮੈਜੋਰਿਟੀ ਪਾਰਟੀ ਦਾ ਲੀਡਰ ਹੋ ਗਿਆ, ਉਹਨੇ ਮੁੱਖ ਮੰਤਰੀ ਬਣਨਾ। ਜੇਕਰ ਕਿਸੇ ਵੀ ਪਾਰਟੀ ਦੇ ਲੀਡਰ ਕੋਲ 59, ਜਿਹੜਾ ਕਿ ਮੈਜੋਰਿਟੀ ਹੈ, ਸਿੰਪਲ ਮੈਜੋਰਿਟੀ 117 ਚੋਂ, ਜੇ ਕਿਸੇ ਵੀ ਵਿਅਕਤੀ ਕੋਲ 59 ਮੈਂਬਰਾਂ ਦਾ ਸਮਰਥਨ ਨਹੀਂ ਹੈਗਾ, ਫਿਰ ਓਬਵੀਅਸਲੀ ਪੰਜਾਬ ਵਿੱਚ ਉਹ ਹਾਲਾਤ ਪੈਦਾ ਹੋਏਗੇ ਜਿਹਨੂੰ ਕਹਿੰਦੇ ਸੀ ਗਵਰਨਰੀ ਰੂਲ, ਯਾਨੀ ਕਿ ਕੋਈ ਵੀ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਨਾ ਹੋਵੇ, ਫਿਰ ਪ੍ਰੈਜ਼ੀਡੈਂਸ਼ੀਅਲ ਰੂਲ ਲੱਗਦਾ। ਉਹ ਕਦੋਂ ਹੋਏਗਾ? ਜਦੋਂ ਕਿਸੇ ਵੀ ਪਾਰਟੀ ਕੋਲ 59 ਤੋਂ। ਹੁਣ ਤੁਹਾਨੂੰ ਮੈਂ ਹੋਰ ਗੱਲ ਦੱਸ ਦਿਆਂ ਕਿ ਹਿੰਦੁਸਤਾਨ ਵਿੱਚ ਕਿਸੇ ਸਮੇਂ ਵਿੱਚ ਇਸ ਕਿਸਮ ਦੀ ਜਿਹੜਾ ਗਵਰਨਰ ਦਾ ਆਫਿਸ ਆ, ਉਹਦੀ ਮਿਸਯੂਜ਼ ਹੁੰਦੀ ਰਹੀ ਹੈ। ਕਿਸ ਕੰਮ ਲਈ? ਕਿ ਸੈਂਟਰ ਕਿਸੇ ਸੂਬੇ ਦੀ ਸਰਕਾਰ ਨੂੰ ਲਾਈਕ ਨਹੀਂ ਕਰਦਾ, ਵਿਰੋਧੀ ਪਾਰਟੀ ਦੀ ਸਰਕਾਰ ਬਣ ਗਈ, ਗਵਰਨਰ ਦੇ ਆਫਿਸ ਨੂੰ ਮਿਸਯੂਜ਼ ਕਰਕੇ ਸੂਬੇ ਦੀ ਸਰਕਾਰ ਨੂੰ ਡਿਸਮਿਸ ਕਰ ਦਿਓ। ਇਹ ਹੁੰਦਾ ਰਿਹਾ। ਹੁਣ ਕੀ ਹੈ
ਬੋਮਈ ਇੱਕ ਨਾ ਚੀਫ ਮਿਨਿਸਟਰ ਸੀਗੇ ਕਰਨਾਟਕਾ ਦੇ, ਉਹਦੀ ਸਰਕਾਰ ਡਿਸਮਿਸ ਕਰ ਦਿੱਤੀ ਗਈ ਸੀ। ਉਹ ਸੁਪਰੀਮ ਕੋਰਟ ਚਲੇ ਗਏ। ਸੁਪਰੀਮ ਕੋਰਟ ਨੇ ਇੱਕ ਜੱਜਮੈਂਟ ਦਿੱਤੀ ਸੀਗੀ। ਉਹ ਜੱਜਮੈਂਟ ਇਹ ਸੀਗੀ ਕਿ ਜੇਕਰ ਕਿਸੇ ਸੂਬੇ ਵਿੱਚ ਇਸ ਗੱਲ ਦਾ ਫੈਸਲਾ ਕਰਨਾ ਹੈ ਕਿ ਕਿਹੜੇ ਵਿਅਕਤੀ ਕੋਲ ਮੈਜੋਰਿਟੀ ਹੈ ਜੀ, ਕਿਉਂਕਿ ਮੈਜੋਰਿਟੀ ਦੇ ਲੀਡਰ ਨੇ ਇਹ ਚੀਫ ਮਿਨਿਸਟਰ ਬਣਨਾ ਹੈ, ਫਿਰ ਜਿਹੜੀ ਮੈਜੋਰਿਟੀ ਹੈ ਉਹਦਾ ਜਿਹੜਾ ਫੈਸਲਾ ਹੈ ਉਹ ਗਵਰਨਰ ਨਹੀਂ ਕਰੇਗਾ, ਉਹਦਾ ਫੈਸਲਾ ਅਸੈਂਬਲੀ ਦੇ ਅੰਦਰ ਕੀਤਾ ਜਾਏਗਾ, ਫਲੋਰ ਤੇ ਕੀਤਾ ਜਾਏਗਾ। ਜਾਣੀ ਕਿ ਹਿੰਦੁਸਤਾਨ ਦੀ ਸੁਪਰੀਮ ਕੋਰਟ ਨੇ, ਸਰਵ ਉੱਚ ਨਿਆਂਪਾਲਿਕਾ ਨੇ ਇਹ ਗੱਲ ਸੈਟਲ ਕਰ ਦਿੱਤੀ ਕਿ ਜੇ ਕੱਲ ਨੂੰ ਕਿਸੇ ਸੂਬੇ ਵਿੱਚ ਇਸ ਗੱਲ ਤੇ ਕਿੰਤੂ ਪਰੰਤੂ ਹੁੰਦਾ ਹੈ ਕਿ ਕਿਹੜੇ ਵਿਅਕਤੀ ਕੋਲ, ਕਿਹੜੀ ਪਾਰਟੀ ਕੋਲ ਮੈਜੋਰਿਟੀ ਹੈ, ਇਸ ਗੱਲ ਦਾ ਫੈਸਲਾ ਕੌਣ ਕਰੇਗਾ? ਗਵਰਨਰ ਨਹੀਂ ਕਰੇਗਾ। ਅਲਟੀਮੇਟਲੀ ਇਸ ਗੱਲ ਦਾ, ਇਸ ਫਲੋਰ ਟੈਸਟ ਕਿੱਥੇ ਜਾਏਗਾ? ਅਸੈਂਬਲੀ ਦੇ ਅੰਦਰ ਫੈਸਲਾ ਕੀਤਾ ਜਾਏਗਾ। ਵਿਧਾਨ ਸਭਾ ਦੇ ਅੰਦਰ। ਤੁਹਾਨੂੰ ਮੈਂ ਹੋਰ ਗੱਲ ਯਾਦ ਕਰਵਾ ਦਿਆਂ, ਤੁਸੀਂ ਜਦੋਂ ਕਰਨਾਟਕਾ 'ਚ ਇਲੈਕਸ਼ਨ ਹੋਈ, ਜੱਦੂਰੱਪਾ ਨੂੰ ਚੀਫ ਮਿਨਿਸਟਰ ਬਣਾ ਦਿੱਤਾ ਗਵਰਨਰ ਨੇ, ਤੇ ਮੁੜ ਕੇ ਸਮਾਂ ਦੇ ਦਿੱਤਾ ਕਿ ਤੁਸੀਂ ਆਪਣੀ ਮੈਜੋਰਿਟੀ ਪ੍ਰੂਵ ਕਰੋ ਜੀ। ਤੇ ਜਦੋਂ ਮੈਜੋਰਿਟੀ ਪ੍ਰੂਵ ਕਰਨ ਲੱਗੇ, ਮੈਜੋਰਿਟੀ ਪ੍ਰੂਵ ਨਹੀਂ ਹੋਈ। ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣ ਗਈ। ਇਹ ਮੈਂ ਤੁਹਾਨੂੰ ਗੱਲ ਕਰ ਰਿਹਾ ਜਦੋਂ ਕੇਂਦਰ ਤੇ ਬਹੁਤ ਵੱਡੀ ਗਿਣਤੀ ਲੈ ਕੇ ਬੀਜੇਪੀ ਦੀ ਐਨਡੀਏ ਦੀ ਸਰਕਾਰ ਹੈਗੀ ਹੈ। ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਗਵਰਨਰ ਆਪਣੇ ਆਫਿਸ ਨੂੰ ਮਿਸਯੂਜ਼ ਕਰਕੇ ਕਿਸੇ ਸਰਕਾਰ ਨੂੰ, ਜਿਹੜੀ ਸਰਕਾਰ ਕੋਲ ਮੈਜੋਰਿਟੀ ਹੈਗੀ ਆ, ਡਿਸਮਿਸ ਕਰ ਦੇਵੇ। ਉਸ ਕਿਸਮ ਦੇ ਹਾਲਾਤ ਇਸ ਮੁਲਕ ਵਿੱਚ ਨਹੀਂ ਹੈਗੇ। ਜੁਡੀਸ਼ਰੀ ਇਹ ਚੀਜ਼ ਅਲਾਉ ਨਹੀਂ ਕਰਦੀ। ਯਾਨੀ ਕਹਿਣ ਦਾ ਭਾਵ ਜਿਹੜੇ ਲੀਡਰਾਂ ਦੇ ਵੱਲੋਂ ਇਹ ਗੱਲਾਂ ਕਹੀਆਂ ਜਾ ਰਹੀਆਂ, ਕਿਸਾਨ ਅੰਦੋਲਨ ਦੇ ਕਰਕੇ ਜਿਸ ਤਰੀਕੇ ਨਾਲ ਵਿਰੋਧ ਹੋ ਰਿਹਾ, ਮਾਰਕੁੱਟ ਹੋ ਰਹੀ ਆ, ਚਾਹੇ ਉਹ ਪੁਲਿਸ ਲਾਠੀਚਾਰਜਕਾਰੀ ਹੋਵੇ, ਚਾਹੇ ਲੀਡਰਾਂ ਦਾ ਵਿਰੋਧ ਹੋਵੇ, ਜਿਹੜੇ ਉਹ ਗੱਲਾਂ ਕਹਿ ਰਿਹਾ ਕਿ ਕਿਸਾਨ ਅੰਦੋਲਨ ਦੇ ਕਰਕੇ ਜਿਹੜਾ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ, ਉਹ ਯਾਨੀ ਗੱਲ ਬਿਲਕੁਲ ਨਹੀਂ ਹੈ ਤੁਹਾਡੇ ਕਹਿਣ ਦਾ ਮੁਤਾਬਕ। ਯਾਨੀ ਕਿ ਜੇ ਇਹ ਗੱਲ ਹੁੰਦੀ ਤਾਂ ਪਹਿਲਾਂ ਬੀਜੇਪੀ ਨੂੰ ਹਰਿਆਣੇ 'ਚ ਆਪਣੀ ਸਰਕਾਰ ਢਾਉਣੀ ਪਊਗੀ, ਫਿਰ ਉੱਥੇ ਰਾਸ਼ਟਰਪਤੀ ਰਾਜ ਹੋਣਾ, ਫਿਰ ਕਿਤੇ ਸੋਚਿਆ ਜਾ ਸਕਦਾ। ਯਾਨੀ ਕਿ ਅਜਿਹੀ ਗੱਲ ਹੋ ਨਹੀਂ ਸਕਦੀ। ਇਹ ਤੋਂ ਕਿਤੇ ਵੱਧ ਵਾਇਲੈਂਸ ਦਿੱਲੀ ਵਿੱਚ ਹੋਈ, ਉੱਥੇ ਤੇ ਦਿੱਲੀ ਦੀ ਸਰਕਾਰ ਡਿਸਮਿਸ ਨਹੀਂ ਹੋਈ, ਪ੍ਰੈਜ਼ੀਡੈਂਸ਼ੀਅਲ ਰੂਲ ਨਹੀਂ ਲੱਗਿਆ। ਵਾਇਲੈਂਸ ਹਰਿਆਣੇ ਵਿੱਚ ਹੋਈ, ਉੱਥੇ ਸਰਕਾਰ ਨੂੰ ਡਿਸਮਿਸ ਨਹੀਂ ਕੀਤਾ ਗਿਆ। ਸੋ ਪੰਜਾਬ ਵਿੱਚ ਕਿਹੜੀ ਸੀ? ਇਹ ਮੰਦਭਾਗੀ ਗੱਲ ਹੈ ਕਿ ਇਸ ਕਿਸਮ ਦੀਆਂ ਘਟਨਾਵਾਂ ਹੋ ਰਹੀਆਂ ਨੇ। ਪੀਸਫੁਲ ਪ੍ਰੋਟੈਸਟ ਹੋਣਾ ਚਾਹੀਦਾ ਹੈ ਜੀ। ਕਿਸਾਨਾਂ ਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ, ਪਰ ਪ੍ਰੋਟੈਸਟ ਪੀਸਫੁਲ ਰਹਿਣਾ ਚਾਹੀਦਾ। ਪਰ ਜੇ ਥੋੜੀ ਬਹੁਤੀ ਵਾਇਲੈਂਟ ਇਸ ਕਿਸਮ ਦਾ ਪ੍ਰੋਟੈਸਟ ਹੋ ਜਾਂਦਾ, ਇਹ ਨਾਰਮਲ ਪ੍ਰਕਿਰਿਆ ਹੈਗੀ ਆ ਸਾਡੇ ਮੁਲਕ ਵਿੱਚ। ਵੈਸਟ ਬੰਗਾਲ ਵਿੱਚ ਵਾਇਲੈਂਸ ਨਹੀਂ ਹੋਈ ਇਲੈਕਸ਼ਨ ਦੇ ਦੌਰਾਨ, ਪਹਿਲਾਂ ਵੀ ਹੋਈ, ਬਾਅਦ ਵਿੱਚ ਵੀ ਹੋਈ। ਸਰਕਾਰ ਥੋੜ੍ਹਾ ਕਿਸੇ ਨੇ ਡਿਸਮਿਸ ਕਰਤੀ ਹੈ ਜੀ। ਸੋ ਇਸ ਕਰਕੇ ਇਹ ਜਿਸ ਸਕੇਲ ਤੇ ਪ੍ਰੋਟੈਸਟ ਹੋ ਰਿਹਾ, ਥੋੜੀ ਬਹੁਤੀ ਵਾਇਲੈਂਟ ਰੂਪ ਵੀ ਧਾਰਨ ਕਰ ਜਾਂਦਾ। ਇਹ ਕੋਈ ਸੂਬੇ ਵਿੱਚ ਇਹ ਕਹਿ ਕੇ ਕਿ ਪੰਜਾਬ ਵਿੱਚ ਸੰਵਿਧਾਨ ਦੇ ਮੁਤਾਬਕ ਸਰਕਾਰ ਨਹੀਂ ਚੱਲ ਰਹੀ, ਇਸ ਕਰਕੇ ਪ੍ਰੈਜ਼ੀਡੈਂਸ਼ੀਅਲ ਰੂਲ ਲਾ ਦਿਓ, ਮੇਰੇ ਮੁਤਾਬਕ ਇਸ ਕਿਸਮ ਦੇ ਹਾਲਾਤ। ਹਾਂ, ਹੁਣ ਇਹ ਤੁਸੀਂ ਦੱਸ ਦਿਓ ਕਿ ਤੁਹਾਨੂੰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਮੈਜੋਰਿਟੀ ਨਹੀਂ ਹੈਗੀ, ਤੈਨੂੰ ਲੱਗਦਾ ਹੈ ਕਿ ਕਾਂਗਰਸ ਦੋ ਫਾੜ ਹੋਣ ਜਾ ਰਹੀ ਹੈ, ਜਿਹੜੀ ਸਥਿਤੀ ਵਿੱਚ ਕੈਪਟਨ ਅਮਰਿੰਦਰ ਸਿੰਘ ਕੋਲ ਮੈਜੋਰਿਟੀ ਨਹੀਂ ਹੋਏਗੀ, ਫਿਰ ਅਸੀਂ ਇਹ ਗੱਲ ਕਰ ਸਕਦੇ ਹਾਂ। ਅੱਜ ਦੀ ਡੇਟ ਵਿੱਚ ਕੈਪਟਨ ਅਮਰਿੰਦਰ ਸਿੰਘ ਕੋਲ ਮੈਜੋਰਿਟੀ ਹੈਗੀ ਆ। ਮੈਜੋਰਿਟੀ ਦੇ ਹੁੰਦਿਆਂ ਹੋਇਆਂ ਜਿਹਨੂੰ ਪਾਪੂਲਰ ਗਵਰਨਮੈਂਟ, ਜਿਹੜੀ ਗਵਰਨਮੈਂਟ ਮੈਜੋਰਿਟੀ ਇੰਜੋਏ ਕਰਦੀ ਆ, ਉਹਨੂੰ ਡਿਸਮਿਸ ਕਰਕੇ ਪ੍ਰੈਜ਼ੀਡੈਂਸ਼ੀਅਲ ਰੂਲ ਲੱਗਣ ਵਾਲੇ ਹਾਲਾਤ ਮੈਨੂੰ ਨਜ਼ਰ ਨਹੀਂ ਆਉਂਦੇ। ਹਾਂ, ਰਾਜਨੀਤਿਕ ਪਾਰਟੀਆਂ ਆਪਣੀ ਜਿਹੜੀ ਪੋਲਿਟਿਕਸ ਨੂੰ ਸੈਟਲ ਕਰਨ ਲਈ ਇਸ ਕਿਸਮ ਦੇ ਇਲਜ਼ਾਮ ਇੱਕ ਦੂਜੇ ਤੇ ਲਾਉਂਦੀਆਂ ਰਹਿੰਦੀਆਂ ਨੇ ਕਿ ਜੀ ਕੈਪਟਨ ਅਮਰਿੰਦਰ ਸਿੰਘ ਸੈਂਟਰ ਦੀ ਬੀਜੇਪੀ ਸਰਕਾਰ ਦੇ ਬੜੇ ਨੇੜੇ ਆ, ਇਸ ਕਰਕੇ ਜਦੋਂ ਚਾਹਣ ਉਹ ਰਾਸ਼ਟਰਪਤੀ ਰਾਜ ਲਗਵਾ ਸਕਦੇ ਨੇ ਜੀ। ਬਿਲਕੁਲ। ਕੀ ਲੱਗਦਾ ਕਿ ਸਰ ਫਿਰ ਜਿਹੋ ਜਿਹੀਆਂ ਜਿਹੜੀਆਂ ਘਟਨਾਵਾਂ ਪੰਜਾਬ ਦੇ ਅੰਦਰ ਹੋ ਰਹੀਆਂ ਨੇ, ਠੀਕ ਹੈ, ਤੁਸੀਂ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਜਿਹੜੇ ਦਰਸ਼ਕ ਸਾਡੇ ਪੂਰਨ ਤਰੀਕੇ ਦੇ ਨਾਲ ਸਮਝ ਗਏ ਹੋਣਗੇ, ਚਾਹੇ ਅਫਵਾਹਾਂ ਉਡਾਈਆਂ ਜਾ ਰਹੀਆਂ, ਚਾਹੇ ਰਾਜਨੀਤਿਕ ਮਕਸਦ ਦੇ ਨਾਲ ਇਹ ਗੱਲਾਂ ਉਡਾਈਆਂ ਜਾ ਰਹੀਆਂ ਨੇ, ਉਹ ਚੀਜ਼ ਤੋਂ ਸ਼ਾਇਦ ਇਹ ਗੱਲਾਂ ਸਮਝ ਗਏ ਹੋਣਗੇ ਤੁਹਾਡੀਆਂ ਗੱਲਾਂ ਸੁਣਨ ਤੋਂ ਬਾਅਦ। ਤਾਂ ਫਿਰ ਕਿਵੇਂ ਰੋਕਿਆ ਜਾ ਸਕਦਾ? ਕਿਉਂਕਿ ਚੋਣਾਂ ਦੇ ਨੇੜੇ ਅਜਿਹੀਆਂ ਘਟਨਾਵਾਂ ਦਾ ਹੋਣਾ, ਕਿ ਸਰਕਾਰ ਅਸਮਰੱਥ ਨਜ਼ਰ ਆ ਰਹੀ ਹੈ ਜਾਂ ਸਰਕਾਰ ਰੋਕਣਾ ਨਹੀਂ ਚਾਹ ਰਹੀ, ਜਾਂ ਚੱਕਰ ਕੀ ਹੈ? ਦੇਖੋ, ਪੰਜਾਬ ਵਿੱਚ ਪੀਸਫੁਲ ਪ੍ਰੋਟੈਸਟ ਹੋਵੇ, 2022 ਦੀਆਂ ਚੋਣਾਂ ਸ਼ਾਂਤਮਈ ਤਰੀਕੇ ਨਾਲ ਲੜੀਆਂ ਜਾਣ, ਲੋਕਾਂ ਨੂੰ ਪੀਸਫੁਲੀ ਬਿਨਾਂ ਕਿਸੇ ਡਰ ਤੇ ਵੋਟ ਪਾਉਣ ਦਿੱਤਾ ਜਾਵੇ, ਇਹ ਅਸੀਂ ਸਾਰੇ ਲੋਕ ਚਾਹੁੰਦੇ ਹਾਂ। ਇਸ ਗੱਲ ਨੂੰ ਯਕੀਨੀ ਦਿਵਾਉਣ ਲਈ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਕੁਝ ਦਿਨ ਪਹਿਲਾਂ ਇੱਕ ਸਟੇਟਮੈਂਟ ਜਾਰੀ ਕੀਤੀ ਹੈ
ਕਿ ਜਿਹੜਾ ਅਸੀਂ ਬੀਜੇਪੀ ਦਾ ਵਿਰੋਧ ਕਰਦੇ ਹਾਂ ਉਹਦਾ ਆਧਾਰ ਇਹ ਹੈ ਕਿ ਬੀਜੇਪੀ ਦੀ ਸੈਂਟਰ ਵਿੱਚ ਸਰਕਾਰ ਹੈ। ਇਸ ਕਰਕੇ ਅਸੀਂ ਜਿਹੜਾ ਪ੍ਰੋਗਰਾਮ ਬੀਜੇਪੀ ਦੇ ਖਿਲਾਫ ਐਲਾਨੇ ਆ ਉਹਦਾ ਕੰਟੈਕਸਟ ਇਹ ਹੈ ਕਿ ਸਾਡਾ ਗੁੱਸਾ ਬੀਜੇਪੀ ਦੇ ਖਿਲਾਫ ਇਸ ਕਰਕੇ ਹੈ ਕਿ ਬੀਜੇਪੀ ਉਹ ਪਾਰਟੀ ਹੈ ਜਿਹਦੀ ਸੈਂਟਰ 'ਚ ਸਰਕਾਰ ਹੈ, ਜਿਹੜੀ ਸਰਕਾਰ ਨੇ ਇਹ ਕਾਨੂੰਨ ਬਣਾਏ ਨੇ। ਬਾਕੀ ਪਾਰਟੀਆਂ ਦੇ ਕੰਟੈਕਸਟ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਸਾਡੇ ਲੀਡਰ ਉਹਨਾਂ ਨੂੰ ਜਾ ਕੇ ਸਵਾਲ ਪੁੱਛ ਸਕਦੇ ਨੇ, ਕਲੈਰੀਫਿਕੇਸ਼ਨ ਲੈ ਸਕਦੇ ਨੇ, ਪਰ ਅਸੀਂ ਉਹਨਾਂ ਦਾ ਉਸ ਲੈਵਲ ਦਾ ਵਿਰੋਧ ਨਹੀਂ ਕਰਾਂਗੇ। ਮੈਨੂੰ ਇਸ ਗੱਲ ਦਾ ਬਿਲਕੁਲ ਯਕੀਨ ਹੈ ਕਿ ਜਦੋਂ ਇਲੈਕਸ਼ਨ ਨੇੜੇ ਆਉਂਦੀ ਹੈ, ਜਦੋਂ ਇਲੈਕਸ਼ਨ ਅਨਾਉਂਸ ਹੁੰਦੀ ਹੈ, ਕਿਸਾਨ ਜਥੇਬੰਦੀਆਂ ਡੈਮੋਕ੍ਰੇਸੀ ਦੇ ਨੋਰਮਸ ਨੂੰ ਜਾਣਦਿਆਂ ਹੋਇਆਂ, ਲੋਕਤੰਤਰ ਦੀ ਮਹੱਤਤਾ ਨੂੰ ਸਮਝਦਿਆਂ ਹੋਇਆਂ ਜੀ ਕਿਸਾਨਾਂ ਨੂੰ ਆਪਣੀ ਮਰਜ਼ੀ ਮੁਤਾਬਕ ਵੋਟ ਪਾਉਣ ਨੂੰ ਕਹਿਣਗੇ। ਸੋ ਇਹ ਜਿਹੜੀ ਹਰਡਲ ਜਿਹਨੂੰ ਕਈ ਲੋਕ ਵਾਇਲੈਂਸ ਦਾ ਸੋਮਾ ਬਣਾ ਕੇ ਪੇਸ਼ ਕਰ ਰਹੇ ਨੇ, ਇਹ ਗੱਲ ਦੂਰ ਹੋਏਗੀ। ਅਗਲੀ ਗੱਲ, ਜੇ ਪੰਜਾਬ ਵਿੱਚ ਅਸੀਂ ਚਾਹੁੰਦੇ ਹਾਂ ਕਿ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਹੋਵੇ, ਸ਼ਾਂਤਮਈ ਤਰੀਕੇ ਨਾਲ ਇਲੈਕਸ਼ਨ ਹੋਣ, ਫਿਰ ਜ਼ਿੰਮੇਵਾਰੀ ਪੋਲੀਟੀਕਲ ਪਾਰਟੀ ਦੀ ਵੀ ਬਣ ਜਾਂਦੀ ਹੈ। ਇਹ ਵੀ ਤਾਂ ਗੱਲ ਪੰਜਾਬ ਵਿੱਚ ਕਹੀ ਜਾਂਦੀ ਹੈ ਕਿ ਜਿਹੜੇ ਕਿਸਾਨ ਨੇ ਇਹ ਇੱਕ ਸਮੇਂ ਤੇ ਉਹ ਕਿਸਾਨ ਨੇ ਇਕੱਠੇ ਬੈਠੇ ਨੇ। ਬਿਲਕੁਲ। ਤੇ ਜਦੋਂ ਫਿਰ ਗੱਲ ਆਉਂਦੀ ਹੈ ਦੂਜੀ ਉਹਨਾਂ ਦੀ ਐਫੀਲੀਏਸ਼ਨ ਦੀ, ਉਹਨਾਂ ਜੋ ਕਈ ਆਮ ਆਦਮੀ ਪਾਰਟੀ ਦੇ ਸਮਰਥਕ ਨੇ, ਕਈ ਕਾਂਗਰਸ ਦੇ ਸਮਰਥਕ ਨੇ, ਕਈ ਅਕਾਲੀ ਦਲ ਦੇ ਸਮਰਥਕ ਨੇ। ਇਹ ਤੇ ਗੱਲ ਸਰ ਕੋਈ ਲੁਕੀ ਛਿਪੀ ਨਹੀਂ ਕਿ ਉਹੀ ਕਿਸਾਨ ਨੇ, ਉਹੀ ਅਕਾਲੀ ਨੇ, ਉਹੀ ਕਿਸਾਨ ਨੇ, ਉਹੀ ਕਾਂਗਰਸੀ ਨੇ, ਉਹੀ ਕਿਸਾਨ ਨੇ, ਉਹੀ ਆਮ ਆਦਮੀ ਪਾਰਟੀ ਵਾਲੇ ਨੇ, ਉਹੀ ਲੋਕ ਰੈਲੀਆਂ 'ਚ ਨੇ, ਉਹੀ ਅੰਦੋਲਨ ਦੇ ਵਿੱਚ ਨੇ। ਉਹੀ ਗੱਲ ਜਿਹੜੀ ਹੈ ਸਮਝਣੀ ਪਊਗਾ ਸਾਡੇ ਲੋਕਾਂ ਨੂੰ ਕਿ ਅਸੀਂ ਕਿਹੜੇ ਸਹੀ ਬੰਦੇ ਦਾ ਸਾਥ ਦੇਣਾ ਹੈ, ਕਿਸ ਤਰੀਕੇ ਨਾਲ ਅੰਦੋਲਨ, ਜਿਹੜੀ ਕਿ ਇਹ ਚੀਜ਼ਾਂ ਜਿਹੜੀਆਂ ਬੜੇ ਸਹੀ ਤਰੀਕੇ ਦੇ ਨਾਲ ਕਰਨ ਦੀ ਲੋੜ ਹੈ, ਕਿਉਂਕਿ ਕਿਸਾਨ ਅੰਦੋਲਨ ਇਹਨਾਂ ਚੀਜ਼ਾਂ ਦੇ ਕਰਕੇ ਬਦਨਾਮ ਕੀਤਾ ਜਾ ਰਿਹਾ ਸਾਜ਼ਿਸ਼ ਦੇ ਤਹਿਤ। ਉਹੀ ਤਾਂ ਮੈਂ ਕਹਿ ਰਿਹਾ ਨਾ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਪੰਜਾਬ ਦੀ ਪੀਜੈਂਟਰੀ ਟ੍ਰੈਡੀਸ਼ਨਲੀ ਅਕਾਲੀ ਦਲ ਦੇ ਬਹੁਤ ਨੇੜੇ ਰਹੀ ਹੈ, ਬਹੁਤ ਵੱਡਾ ਸਪੋਰਟ ਬੇਸ ਅਕਾਲੀ ਦਲ ਦਾ ਪੰਜਾਬ ਦੀ ਪੀਜੈਂਟਰੀ 'ਚ ਰਿਹਾ ਹੈ, ਕਾਂਗਰਸ ਦਾ ਸਪੋਰਟ ਬੇਸ ਵੀ ਪੰਜਾਬ ਦੀ ਪੀਜੈਂਟਰੀ 'ਚ ਰਿਹਾ ਹੈ, ਪਰ ਟ੍ਰੈਡੀਸ਼ਨਲੀ ਜੇ ਅਸੀਂ ਗੱਲ ਕਰੀਏ ਅਕਾਲੀ ਦਲ ਦਾ ਬਹੁਤਾ ਬੇਸ ਪੀਜੈਂਟਰੀ ਵਿੱਚ ਰਿਹਾ ਹੈ। ਹੁਣ ਜਦੋਂ ਇਹ ਆਪਣੀਆਂ ਸਾਰੀਆਂ ਜਿਹੜੀਆਂ ਪੋਲੀਟੀਕਲ ਐਫੀਲੀਏਸ਼ਨਸ ਨੇ, ਅਕਾਲੀ ਦਲ ਦੇ ਬੰਦੇ, ਕਾਂਗਰਸ ਦੇ ਬੰਦੇ, ਆਮ ਆਦਮੀ ਪਾਰਟੀ ਦੇ ਬੰਦੇ, ਜਦੋਂ ਇਹ ਸਾਰੀਆਂ ਆਪਣੀਆਂ ਪੋਲੀਟੀਕਲ ਐਫੀਲੀਏਸ਼ਨ ਭੁੱਲ ਕੇ ਕਿਸਾਨ ਬਣ ਕੇ ਬੈਠੇ ਨੇ, ਉਹਦਾ ਇੱਕ ਕੰਟੈਕਸਟ ਹੈ। ਕੰਟੈਕਸਟ ਹੈਗਾ 3 ਕਾਨੂੰਨ। ਸੋ ਜਦੋਂ 3 ਕਾਨੂੰਨ ਦਾ ਮਸਲਾ ਰੱਬ ਕਰੇ ਹੱਲ ਹੋ ਜਾਵੇ ਕਿਸੇ ਤਰੀਕੇ ਨਾਲ, ਜਿੱਦਣ ਹੱਲ ਹੋ ਜਾਂਦਾ ਫਿਰ ਵਾਪਸ ਇਹ ਕਿਸਾਨ ਅਕਾਲੀ ਦਲ ਦੇ ਸਮਰਥਕ ਵੀ ਹੋਣਗੇ, ਕਾਂਗਰਸ ਦੇ ਸਮਰਥਕ ਵੀ ਹੋਣਗੇ, ਆਮ ਆਦਮੀ ਪਾਰਟੀ ਦੇ ਕਾਂਗਰਸ ਵੀ ਬਣਨਾ। ਤੇ ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਕਿਸਾਨ ਜਥੇਬੰਦੀਆਂ ਕਿਸਾਨਾਂ ਨੂੰ ਆਪਣਾ ਰਾਜਨੀਤਿਕ ਮਤ ਜਿਹੜਾ ਪ੍ਰਗਟ ਕਰਨ ਲਈ ਹੀ ਇਲੈਕਸ਼ਨ ਦੇ ਥਰੂ ਜਦੋਂ ਇਹ ਮੌਕਾ ਆਏਗਾ ਉਹਨਾਂ ਨੂੰ ਇਹ ਮੌਕਾ ਦਿੱਤਾ ਜਾਏਗਾ ਜੀ। ਸੋ ਪੋਲੀਟੀਕਲ, ਕਿਉਂਕਿ ਇਹ ਲੋਕ ਪੋਲੀਟੀਕਲ ਪਾਰਟੀਆਂ ਦੇ ਸਪੋਰਟਰ ਵੀ ਨੇ, ਸਮਰਥਕ ਵੀ ਨੇ, ਇਸ ਕਰਕੇ ਮੈਂ ਦੂਜਾ ਪੁਆਇੰਟ ਇਹ ਕਹਿ ਰਿਹਾ ਸੀ ਕਿ ਪੋਲੀਟੀਕਲ ਪਾਰਟੀਆਂ ਦੀ ਵੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ। ਰਾਜਨੀਤਿਕ ਪਾਰਟੀਆਂ ਨੂੰ ਚਾਹੀਦਾ ਕਿ ਭਾਈ ਜੇ ਫਾਰ ਐਗਜ਼ਾਮਪਲ ਇਸ ਗੱਲ ਤੋਂ ਆਪਾਂ ਰੂਲ ਆਊਟ ਨਹੀਂ ਕਰ ਸਕਦੇ, ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਜੇ ਰੈਲੀ ਏ ਪਾਰਟੀ ਦੀ ਹੈ ਫਿਰ ਬੀ ਵਾਲੀ ਬੰਦਿਆਂ ਨੂੰ ਇਕੱਠੇ ਕਰਕੇ ਕਹੇ ਪ੍ਰੋਟੈਸਟ ਕਰੋ, ਜੇ ਬੀ ਦੀ ਹੈ ਫਿਰ ਏ ਵਾਲੇ ਕਹਿਣ ਬੰਦਿਆਂ ਨੂੰ ਇਕੱਠੇ ਕਰਕੇ ਪ੍ਰੋਟੈਸਟ ਕਰੋ। ਸੋ ਇਸ ਕਿਸਮ ਦੀ ਸ਼ਰਾਰਤ, ਇਸ ਕਿਸਮ ਦੀ ਗੜਬੜ ਪੋਲੀਟੀਕਲ ਪਾਰਟੀਆਂ ਕਰ ਸਕਦੀਆਂ ਨੇ। ਕਿਸਾਨਾਂ ਦੀ ਗੱਲ ਤਾਂ ਆਪਾਂ ਕਰਤੀ, ਹੁਣ ਆਪਾਂ ਗੱਲ ਕਰ ਰਹੇ ਹਾਂ ਰਾਜਨੀਤਿਕ ਪਾਰਟੀਆਂ ਦੀ, ਕਿ ਰਾਜਨੀਤਿਕ ਪਾਰਟੀਆਂ ਨੂੰ ਵੀ ਇਹ ਚਾਹੀਦਾ ਹੈ ਕਿ ਦੂਜੀ ਪਾਰਟੀ ਨੂੰ ਬਦਨਾਮ ਕਰਨ ਲਈ ਤੁਸੀਂ ਆਪਣੇ ਜਿਹੜੇ ਤੁਹਾਡੇ ਸਪੋਰਟਰ ਨੇ ਉਹਨਾਂ ਨੂੰ ਕਿਸਾਨ ਬਣਾ ਕੇ ਭੇਜੋ। ਇਸ ਕਿਸਮ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੈਨੂੰ ਲੱਗਦਾ ਹੈ ਕਿ ਇਹ ਪੰਜਾਬ ਵਿੱਚ ਹੋ ਰਿਹਾ ਹੋਏਗਾ ਕਿ ਕਾਂਗਰਸ ਦੀ ਰੈਲੀ ਵਿੱਚ ਅਕਾਲੀ ਦਲ ਵਾਲੇ ਆਪਣੇ ਕਿਸਾਨਾਂ ਨੂੰ, ਆਪਣੇ ਸਮਰਥਕਾਂ ਨੂੰ ਕਿਸਾਨ ਬਣਾ ਕੇ ਭੇਜ ਦੇਣ। ਆਪਾਂ ਦੇਖ ਰਹੇ ਹਾਂ ਜਦੋਂ ਅਕਾਲੀ ਦਲ ਪ੍ਰੈਸ ਕਾਨਫਰੰਸ ਕਰਦਾ ਉਦੋਂ ਫਿਰ ਉਹ ਬਕਾਇਦਾ ਫੋਟੋਆਂ ਕੱਢ ਦਿਖਾ ਰਿਹਾ ਕਿ ਆਹ ਕਿਸਾਨ ਬਣ ਕੇ ਸਾਡਾ ਵਿਰੋਧ ਕਰਨ ਲਈ ਆਏ ਸੀ ਤੇ ਆਹ ਕਾਂਗਰਸੀ ਬੰਦਿਆਂ ਨਾਲ ਖੜੇ ਆ। ਉਧਰ ਕਾਂਗਰਸੀ ਇਦਾਂ ਹੀ ਫੋਟੋਆਂ ਕੱਢ ਕੇ ਦਿਖਾ ਰਿਹਾ ਕਿ ਸਾਡਾ ਜਿਹੜੇ ਅਕਾਲੀ ਦਲ ਦੇ ਵਰਕਰ ਜਿਹੜੇ ਕਿਸਾਨ ਬਣ ਕੇ ਵਿਰੋਧ ਕਰਨ ਆਏ ਸੀ, ਆਹ ਮਜੀਠੀਆ ਨਾਲ ਖੜੇ ਆ, ਫਲਾਣੇ ਨਾਲ ਖੜੇ ਆ, ਫਲਾਣੇ ਨਾਲ ਖੜੇ ਆ। ਇਦਾਂ ਦੀਆਂ ਜਿਹੜੀਆਂ ਦੂਸ਼ਣਬਾਜ਼ੀਆਂ ਇੱਕ ਦੂਜੇ ਤੇ ਲਗਾ ਰਹੇ ਨੇ ਤੇ ਬਦਨਾਮ ਕੀਤਾ ਜਾ ਰਿਹਾ ਕਿਸਾਨ ਅੰਦੋਲਨ। ਸੋ ਇਸੇ ਕਰਕੇ ਮੈਂ ਕਹਿ ਰਿਹਾ ਸੀਗਾ ਕਿ ਚਲੋ ਕਿਸਾਨ ਯੂਨੀਅਨ ਤੇ ਪਹਿਲਾਂ ਹੀ ਇੱਕ ਸਟੈਪ ਲੈ ਲਿਆ। ਉਹਨਾਂ ਨੇ ਕਿਹਾ ਹੈ ਕਿ ਅਸੀਂ
ਮਤਲਬ ਬੀਜੇਪੀ ਨੂੰ ਸਿੰਗਲ ਆਊਟ ਕੀਤਾ, ਬਾਕੀ ਪਾਰਟੀਆਂ ਦਾ ਉਸ ਲੈਵਲ ਤੇ ਅਸੀਂ ਵਿਰੋਧ ਨਹੀਂ ਕਰਨਾ ਤੇ ਸਾਡੇ ਸਮਰਥਕ ਉਹਨਾਂ ਨੂੰ ਸਵਾਲ ਜ਼ਰੂਰ ਪੁੱਛ ਸਕਦੇ ਨੇ। ਉਹਨਾਂ ਨੇ ਇੱਕ ਸਟੈਪ ਲੈ ਲਿਆ। ਇਸੇ ਤਰ੍ਹਾਂ ਹੀ ਪੋਲੀਟੀਕਲ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਭਾਈ ਜਦੋਂ ਚੋਣਾਂ ਦਾ ਮੌਕਾ ਆਏਗਾ ਫਿਰ ਉਹਨਾਂ ਦੇ ਸਮਰਥਕ ਆਪਣੀ ਪਾਰਟੀ ਨਾਲ ਜੁੜ ਕੇ, ਜਿਹੜੀ ਉਹਦੀ ਰਾਜਨੀਤਿਕ ਪ੍ਰਕਿਰਿਆ ਨਾਲ ਜੁੜ ਕੇ ਆਪਣਾ ਵੋਟ ਪਾ ਸਕਦੇ ਨੇ, ਉਹਨਾਂ ਦੇ ਹੱਕ ਵਿੱਚ ਪ੍ਰਚਾਰ ਕਰ ਸਕਦੇ ਨੇ। ਪਰ ਇਸ ਵੇਲੇ ਉਹ ਕਿਸਾਨ ਸੰਘਰਸ਼ ਦਾ ਹਿੱਸਾ ਨੇ। ਸੋ ਦੂਜੇ ਲੈਵਲ ਤੇ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਰਾਜਨੀਤਿਕ ਪਾਰਟੀਆਂ ਦੀ। ਸੋ ਇਹਨਾਂ ਸਾਰੇ ਹਾਲਾਤਾਂ ਦੇ ਹੁੰਦੇ ਹੋਏ ਜਿਹੜਾ ਤੁਹਾਡਾ ਬੇਸਿਕ ਸਵਾਲ ਸੀ ਉਹਦੇ ਪਾਸੇ ਆ ਰਹੇ ਹਾਂ ਕਿ ਇਹ ਪ੍ਰੋਟੈਸਟ ਕਦੇ ਕਦਾਈ ਵਾਇਲੈਂਟ ਹੋ ਜਾਂਦਾ। ਉਹਦੇ ਕਿਸਾਨ ਉਹ ਲੋਕ ਕਿਸਾਨ ਐਪਰੈਂਟਲੀ ਸ਼ਾਮਲ ਨੇ ਕਿਉਂਕਿ ਉਹੀ ਕਿਸਾਨ ਨੇ, ਉਹੀ ਪੋਲੀਟੀਕਲ ਪਾਰਟੀ ਦੇ ਸਪੋਰਟਰ ਨੇ ਜੀ। ਸੋ ਇਸ ਕਰਕੇ ਇਸ ਗੱਲ ਨੂੰ ਜਿਹੜਾ ਜਦੋਂ ਅਸੀਂ ਨਾ ਮੈਸ ਕਰ ਦਿੰਦੇ ਆ ਜੀ, ਉਦੋਂ ਫਿਰ ਔਖਾ। ਸੋ ਪਰ ਇਹ ਜਿਹੜਾ ਪ੍ਰੋਟੈਸਟ ਹੈ ਜਿਹੜਾ ਕਦੇ ਕਦਾਈ ਵਾਇਲੈਂਟ ਹੋ ਜਾਂਦਾ, ਉਹਦਾ ਰੂਪ ਇਸ ਕਿਸਮ ਦਾ ਨਹੀਂ ਹੈਗਾ ਜਿੱਥੋਂ ਅਸੀਂ ਇਹ ਕੰਕਲੂਡ ਕਰ ਸਕੀਏ ਕਿ ਸੂਬੇ ਦੀ ਸਰਕਾਰ ਸੰਵਿਧਾਨਿਕ ਵਿਵਸਥਾ ਦੇ ਮੁਤਾਬਕ ਨਹੀਂ ਚੱਲ ਰਹੀ, ਇਸ ਕਰਕੇ ਸੂਬੇ ਵਿੱਚ ਰਾਸ਼ਟਰਪਤੀ ਰਾਜ ਲੱਗਣ ਵਾਲੇ ਹਾਲਾਤ ਪੈਦਾ ਹੋ ਗਏ ਨੇ। ਨਾ ਹੀ ਦੂਜੀ ਸਥਿਤੀ ਪੈਦਾ ਹੋਈ ਹੈ ਜਿੱਥੇ ਅਸੀਂ ਕਹੀਏ ਕਿ ਸੂਬੇ ਦੇ ਮੁੱਖ ਮੰਤਰੀ ਕੋਲ ਮੈਜੋਰਿਟੀ ਨਹੀਂ ਹੈਗੀ। ਜੇਕਰ ਮੈਜੋਰਿਟੀ ਨਹੀਂ, ਜੇ ਵਿਰੋਧੀ ਧਿਰ ਕੋਲ ਮੈਜੋਰਿਟੀ ਹੁੰਦੀ, ਇੱਕ ਅੱਧੀ ਵਾਰ ਸੁਖਬੀਰ ਬਾਦਲ ਨੂੰ ਮੈਂ ਇਹ ਗੱਲ ਕਹਿੰਦੇ ਸੁਣਿਆ ਕਿ ਜੀ ਸੂਬੇ ਦਾ ਮੁੱਖ ਮੰਤਰੀ ਤੇ ਮੈਜੋਰਿਟੀ ਇੰਜੋਏ ਨਹੀਂ ਕਰਦਾ, ਉਹ ਤਾਂ ਮੈਜੋਰਿਟੀ ਲੂਜ਼ ਕਰ ਗਿਆ। ਸੋ ਜੇ ਇਸ ਕਿਸਮ ਦੀ ਸਥਿਤੀ ਪੈਦਾ ਹੋਈ ਹੁੰਦੀ ਸੁਖਵਿੰਦਰ ਸਿੰਘ ਜੀ, ਫਿਰ ਅਕਾਲੀ ਦਲ ਨੇ ਆਪ ਨੇ ਉਹਨੂੰ ਕਹਿੰਦੇ ਨੋ ਕੌਨਫੀਡੈਂਸ ਮੋਸ਼ਨ, ਸਰਕਾਰ ਦੇ ਖਿਲਾਫ ਨੋ ਕੌਨਫੀਡੈਂਸ ਮੋਸ਼ਨ ਹੁੰਦਾ ਕਿ ਜੀ ਕਿ ਸੂਬੇ ਦਾ ਮੁੱਖ ਮੰਤਰੀ ਕੌਨਫੀਡੈਂਸ ਗਵਾ ਚੁੱਕਿਆ, ਇਹਦੇ ਨਾਲ ਮੈਜੋਰਿਟੀ ਨਹੀਂ ਹੈਗੀ, ਇਸ ਕਰਕੇ ਸਦਨ ਦੇ ਇੱਕ ਵਾਰੀ ਆਮ ਆਦਮੀ ਪਾਰਟੀ ਤੇ ਜਾ ਚੁੱਕੀ ਹੈ, ਥੋੜੇ ਦਿਨ ਪਹਿਲਾਂ ਹੀ ਗਵਰਨਰ ਨੂੰ ਜਾ ਕੇ ਮਿਲ ਚੁੱਕੀ ਹੈ, ਇਹ ਚੀਜ਼ ਪੇਸ਼ ਕਰ ਚੁੱਕੀ ਹੈ ਉੱਥੇ। ਤੇ ਗਵਰਨਰ ਨੂੰ ਮਿਲਣਾ, ਸਟੇਟਮੈਂਟਾਂ ਦੇਣੀਆਂ, ਉਹ ਹੋਰ ਚੀਜ਼ਾਂ ਨੇ। ਮੰਗ ਪੱਤਰ ਉੱਥੇ ਦੇ ਕੇ ਆਏ ਨੇ। ਨਹੀਂ, ਤੁਸੀਂ ਗਵਰਨਰ ਨੂੰ ਮੰਗ ਪੱਤਰ ਦੇ ਰਹੇ ਹੋ, ਤੁਸੀਂ ਅਖਬਾਰਾਂ 'ਚ ਆਪਣਾ ਸਟੇਟਮੈਂਟਾਂ ਦੇ ਰਹੇ ਹੋ, ਤੁਸੀਂ ਟੀਵੀ ਨੂੰ ਤੇ ਬੈਠ ਕੇ ਪ੍ਰਚਾਰ ਕਰ ਰਹੇ ਹੋ, ਉਹ ਹੋਰ ਚੀਜ਼ ਹੈ। ਜੇ ਵਾਕਿਆ ਹੀ ਕੈਪਟਨ ਦੀ ਸਰਕਾਰ ਮੈਜੋਰਿਟੀ ਲੂਜ਼ ਕਰ ਗਈ ਹੈ, ਫਿਰ ਜਿਹੜਾ ਵੇ ਆਊਟ ਹੈ ਨਾ, ਉਹ ਅਸੈਂਬਲੀ ਵਿੱਚ ਨੋ ਕੌਨਫੀਡੈਂਸ ਮੋਸ਼ਨ ਪੇਸ਼ ਕਰਨਾ ਹੁੰਦਾ ਹੈ। ਜੇ ਨੋ ਕੌਨਫੀਡੈਂਸ ਮੋਸ਼ਨ ਪੇਸ਼ ਕਰਕੇ ਵੋਟਾਂ ਪੈਣਗੀਆਂ, ਵੋਟਾਂ ਪੈਣ ਤੇ ਪਤਾ ਲੱਗ ਜਾਊਗਾ ਕਿ ਕਿੰਨੇ ਬੰਦੇ। ਸੋ ਉਹ ਤਾਂ ਕਿਸੇ ਨੇ ਕੀਤਾ ਨਹੀਂ, ਨਾ ਕਿਸੇ ਨੇ ਕਰਨਾ ਹੈ ਜੀ। ਕੱਲ ਨੂੰ ਕੀ ਹੁੰਦਾ ਮੈਨੂੰ ਨਹੀਂ ਪਤਾ। ਜੋ ਅੱਜ ਤੱਕ ਦੇ ਹਾਲਾਤ, ਜੋ ਅੱਜ ਹਾਲਾਤ ਸਾਨੂੰ ਨਜ਼ਰ ਆ ਰਹੇ ਨੇ, ਉਹਦੇ 'ਚ ਮੈਨੂੰ ਨਹੀਂ ਨਜ਼ਰ ਆ ਰਿਹਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮੈਜੋਰਿਟੀ ਲੂਜ਼ ਕਰ ਗਈ ਹੋਵੇ। ਤੇ ਜਿੱਥੇ ਨੋ ਕੌਨਫੀਡੈਂਸ ਮੋਸ਼ਨ ਪੇਸ਼ ਕਰਕੇ ਪਾਸ ਕਰਕੇ ਪ੍ਰੈਜ਼ੀਡੈਂਸ਼ੀਅਲ ਰੂਲ, ਨੋ ਕੌਨਫੀਡੈਂਸ ਮੋਸ਼ਨ ਪਾਸ ਹੁੰਦਾ ਮਤਲਬ ਇਹ ਹੈ ਕਿ ਇਹ ਬੰਦਾ ਚੀਫ ਮਿਨਿਸਟਰ ਨਹੀਂ ਰਹੇਗਾ। ਤੇ ਇਹ ਵੀ ਤਾਂ ਹੋ ਸਕਦਾ ਹੈ ਕੋਈ ਦੂਜਾ ਵਿਅਕਤੀ ਮੈਜੋਰਿਟੀ ਮਸਟਰ ਕਰ ਲਵੇ ਹੈ ਜੀ। ਜੇ ਫਰਕ ਹੈ ਫਿਰ ਇਹ ਵੀ ਹੁੰਦਾ ਨਾ ਕਿ ਜੇ ਇਹ ਵੀ ਇਜ਼ ਗੋਨ ਕਿਉਂਕਿ ਉਹਦੇ ਕੋਲ ਮੈਜੋਰਿਟੀ ਹੈ ਨਹੀਂ, ਤੇ ਬੀ ਦਾਵਾ ਪੇਸ਼ ਕਰੂ, ਕਿਉਂ ਵੀ ਬੀ ਦਾਵਾ ਪੇਸ਼ ਕਰੂ, ਬੀ ਕੋਲ 59 ਜਾਂ 59 ਤੋਂ ਵੱਧ ਐਮਐਲਏ ਦਾ ਸਮਰਥਨ ਹੈ ਜੀ। ਸੋ ਫਿਰ ਵੀ ਪ੍ਰੈਜ਼ੀਡੈਂਸ਼ੀਅਲ ਰੂਲ ਨਹੀਂ ਲੱਗੇਗਾ। ਸੋ ਆਪਾਂ ਸਾਰੀਆਂ ਪੋਸੀਬਲ ਜਿਹੜੀਆਂ ਸੰਭਾਵਨਾ ਤੇ ਗੱਲ ਕਰ ਲਈ ਹੈ। ਤੇ ਨਾ ਤਾਂ ਸੂਬੇ ਵਿੱਚ ਸੰਵਿਧਾਨਕ ਮਸ਼ੀਨਰੀ ਫੇਲ ਹੋਣ ਵਾਲੀ ਗੱਲ ਹੈ, ਨਾ ਸੂਬੇ ਵਿੱਚ ਜਿਹੜੀ ਇਸ ਵੇਲੇ ਸਰਕਾਰ ਹੈ ਉਹਦੇ ਚੀਫ ਮਿਨਿਸਟਰ ਦੀ ਮੈਜੋਰਿਟੀ ਲੂਜ਼ ਕਰਨ ਵਾਲੀ ਗੱਲ ਹੈ। ਇਹ ਜੇ ਕੱਲ ਨੂੰ ਇਸ ਕਿਸਮ ਦੀ ਸਥਿਤੀ ਪੈਦਾ ਹੁੰਦੀ ਹੈ, ਜਾਂ ਜੇ ਹੁਣ ਤੱਕ ਪੈਦਾ ਹੋਈ ਹੁੰਦੀ, ਫਿਰ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਨੇ ਨੋ ਕੌਨਫੀਡੈਂਸ ਮੋਸ਼ਨ ਵਾਲੇ ਪਾਸੇ ਤੁਰਨਾ ਸੀਗਾ। ਬਿਲਕੁਲ ਸਰ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਜੀ, ਅਹਿਮ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਸੁਖਵਿੰਦਰ ਸਿੰਘ ਜੀ, ਮਿਹਰਬਾਨੀ।